ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਪਲਾਜ਼ਮਾ ਆਰਕ ਮਸ਼ੀਨਿੰਗ ਦੇ ਬਾਰੇ। ਸੋ ਫਸਟਲੀ ਅਸੀਂ ਗੱਲ ਕਰਾਂਗੇ ਇਹਦੇ ਵਿੱਚ ਇਹਦੀ ਇੰਟਰੋਡਕਸ਼ਨ ਤੇ ਇਹਦੇ ਪ੍ਰਿੰਸੀਪਲ ਦੇ ਬਾਰੇ, ਕਿ ਇਸ ਦਾ ਪ੍ਰਿੰਸੀਪਲ ਕੀ ਹੈ, ਕਿਸ ਸਿਧਾਂਤ ਦੇ ਉੱਤੇ ਕੰਮ ਕਰਦੀ ਹੈ। ਸੋ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ, ਜਿਵੇਂ ਇਸ ਦਾ ਨਾਮ ਦਿੱਤਾ ਹੋਇਆ ਹੈ ਪਲਾਜ਼ਮਾ ਆਰਕ ਮਸ਼ੀਨਿੰਗ। ਇੱਥੇ ਪਲਾਜ਼ਮਾ ਜੋ ਵਰਡ ਅਸੀਂ ਯੂਜ਼ ਕੀਤਾ ਉਸ ਦਾ ਕੀ ਮਤਲਬ ਹੈ। ਕਹਿੰਦੇ ਜਦੋਂ ਵੀ ਕਿਸੇ ਗੈਸ ਨੂੰ, ਕਿਸੇ ਮਿਕਸਚਰ ਆਫ ਨੰਬਰ ਆਫ ਗੈਸਿਸ ਨੂੰ ਜਾਂ ਕਿਸੇ ਪਰਟੀਕੂਲਰ ਗੈਸ ਨੂੰ, ਜਿਵੇਂ ਕਿ ਅਸੀਂ ਗੱਲ ਕਰ ਲਈਏ ਇਕੱਲੀ ਹਾਈਡਰੋਜਨ ਗੈਸ ਹੈ, ਨਾਈਟ੍ਰੋਜਨ ਹੈ, ਆਕਸੀਜਨ ਹੈ, ਕੱਲੀਆਂ ਗੈਸਿਸ ਵੀ ਲੈ ਸਕਦੇ ਹਾਂ ਜਾਂ ਕੰਬੀਨੇਸ਼ਨ ਵੀ ਇਹਨਾਂ ਦਾ ਹੋ ਸਕਦਾ, ਜਿਹਨੂੰ ਅਸੀਂ ਏਅਰ ਕਾਊਂਟ ਕਰਦੇ ਹਾਂ। ਇਹਨਾਂ ਨੂੰ ਜਦੋਂ ਹਾਇਰ ਟੈਂਪਰੇਚਰ 'ਤੇ ਅਸੀਂ ਹੀਟ ਅਪ ਕਰਦੇ ਹਾਂ ਤਾਂ ਉਸ ਟਾਈਮ ਇਹਨਾਂ ਦੀ ਜਿਹੜੇ ਅੰਦਰਲਾ ਸਟਰਕਚਰ ਹੈ, ਜੋ ਇਹਨਾਂ ਦਾ ਐਟੋਮਿਕ ਸਟਰਕਚਰ ਹੈ, ਉਹ ਟੁੱਟਣਾ ਸਟਾਰਟ ਹੋ ਜਾਂਦਾ। ਇਹਨਾਂ ਦੇ ਜੋ ਐਟਮਸ ਨੇ ਉਹ ਇਲੈਕਟ੍ਰੋਨਸ ਦੇ ਵਿੱਚ, ਪੋਜ਼ੀਟਿਵ ਆਇਨਸ ਦੇ ਵਿੱਚ ਟੁੱਟਣੇ ਸਟਾਰਟ ਹੋ ਜਾਂਦੇ ਨੇ। ਸੋ ਉਸ ਟਾਈਮ ਜੋ ਸਾਡੇ ਕੋਲ ਇੱਕ ਮਿਕਸਚਰ ਤਿਆਰ ਹੁੰਦਾ, ਜਿਹਦੇ ਵਿੱਚ ਸਾਡੇ ਕੋਲ ਕਹਿ ਸਕਦੇ ਹਾਂ ਅਸੀਂ ਇਲੈਕਟ੍ਰੋਨਸ ਜੋ ਕਿ ਨੈਗੇਟਿਵਲੀ ਚਾਰਜਡ ਹੁੰਦੇ ਨੇ, ਐਂਡ ਪੋਜ਼ੀਟਿਵਲੀ ਚਾਰਜਡ ਆਇਨਸ ਅਤੇ ਨਿਊਟਰਲ ਐਟਮਸ, ਇਹਨਾਂ ਦੇ ਮਿਕਸਚਰ ਨੂੰ ਅਸੀਂ ਪਲਾਜ਼ਮਾ ਕਹਿੰਦੇ ਹਾਂ। ਸੋ ਇਸ ਪਲਾਜ਼ਮਾ ਦਾ ਯੂਜ਼ ਕਰਕੇ, ਔਰ ਸੈਕਿੰਡਲੀ ਅਸੀਂ ਜਦੋਂ ਦੋ ਕੰਡਕਟਿਵ ਮਟੀਰੀਅਲਸ ਨੂੰ ਆਪਸ ਦੇ ਵਿੱਚ ਇਲੈਕਟ੍ਰੀਸਿਟੀ ਦੇ ਥਰੂ ਨੇੜੇ ਲੈ ਕੇ ਆਉਂਦੇ ਹਾਂ ਤਾਂ ਉੱਥੇ ਸਾਨੂੰ ਪਤਾ ਸਪਾਰਕ ਜਨਰੇਟ ਹੁੰਦਾ। ਸੋ ਜਦੋਂ ਇਸ ਕੰਡਕਟਿਵ ਮਟੀਰੀਅਲ ਨੂੰ ਪਲਾਜ਼ਮਾ ਦੇ ਨੇੜੇ ਲੈ ਕੇ ਜਾਂਦੇ ਹਾਂ ਤਾਂ ਉਸ ਟਾਈਮ ਸਾਡੇ ਕੋਲ ਥਰਮਲ ਐਨਰਜੀ ਪ੍ਰੋਡਿਊਸ ਹੁੰਦੀ ਆ, ਬਹੁਤ ਹੀ ਹਾਈ ਅਮਾਊਂਟ ਦੀ ਹੀਟ ਐਨਰਜੀ ਯੂਜ਼ ਹੁੰਦੀ ਆ। ਸੋ ਉਸ ਹੀਟ ਐਨਰਜੀ ਦਾ ਅਸੀਂ ਇਸਤੇਮਾਲ ਕਰਕੇ ਮਸ਼ੀਨਿੰਗ ਅਚੀਵ ਕਰਨੀ ਆ। ਸੋ ਇਸ ਪ੍ਰੋਸੈਸ ਦੇ ਵਿੱਚ ਅਸੀਂ ਇਹਦੇ ਬਾਰੇ ਹੀ ਅਸੀਂ ਗੱਲ ਕਰਾਂਗੇ। ਸੋ ਗੱਲ ਕਰ ਰਹੇ ਹਾਂ ਜੀ ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਦਾ, ਗੈਸ ਦਾ ਟੈਂਪਰੇਚਰ ਅਸੀਂ ਇਨਕਰੀਜ਼ ਕਰਨਾ ਤਾਂ ਉਸ ਟਾਈਮ ਉਸ ਦਾ ਟੈਂਪਰੇਚਰ ਸਾਡੇ ਕੋਲ ਕਿੰਨਾ ਵੇਰੀ ਕਰ ਸਕਦਾ। ਕਹਿੰਦੇ ਜੀ 11,000 ਡਿਗਰੀ ਸੈਂਟੀਗ੍ਰੇਡ ਤੋਂ ਲੈ ਕੇ 30,000 ਡਿਗਰੀ ਸੈਂਟੀਗ੍ਰੇਡ ਤੱਕ ਦਾ ਟੈਂਪਰੇਚਰ ਉਹਦਾ ਹੋ ਸਕਦਾ, ਕਿ ਜਦੋਂ ਅਸੀਂ ਕਿਸੇ ਗੈਸ ਨੂੰ ਆਇਓਨਾਈਜ਼ਡ ਫਾਰਮ ਦੇ ਵਿੱਚ ਕਨਵਰਟ ਕਰਨਾ। ਸੋ ਉਸ ਟਾਈਮ ਉਹਦਾ ਟੈਂਪਰੇਚਰ ਇੰਨਾ ਹੋਏਗਾ। ਸੋ ਜਦੋਂ ਅਸੀਂ ਦੋ ਟਰਮੀਨਲਸ ਨੂੰ, ਇੱਕ ਨੂੰ ਅਸੀਂ ਕੈਥੋਡ ਕਵਾਂਗੇ, ਇੱਕ ਨੂੰ ਅਸੀਂ ਐਨੋਡ ਕਵਾਂਗੇ, ਤਾਂ ਉਸ ਟਾਈਮ ਉਹਦੇ ਵਿੱਚ ਜਿਹੜਾ ਸਪਾਰਕ ਪ੍ਰੋਡਿਊਸ ਹੋਊਗਾ, ਉਸ ਸਪਾਰਕ ਦੀ ਹੈਲਪ ਦੇ ਨਾਲ ਅਸੀਂ ਇਹ ਸਾਰਾ ਮਸ਼ੀਨਿੰਗ ਦਾ ਪ੍ਰੋਸੈਸ ਅਚੀਵ ਕਰਨਾ। ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਇਸ ਦਾ ਸੈਟਅਪ ਕੰਪਲੀਟ ਦੇਖ ਸਕਦੇ ਹੋ, ਕਿ ਜੋ ਸਾਡੀ ਪਲਾਜ਼ਮਾ ਆਰਕ ਵੈਲਡਿੰਗ ਹੈ ਜਾਂ ਪਲਾਜ਼ਮਾ ਆਰਕ ਮਸ਼ੀਨਿੰਗ ਹੈ। ਸੋ ਇਸ ਦਾ ਸੈਟਅਪ ਸਾਡੇ ਕੋਲ ਕੁਝ ਇਸ ਤਰੀਕੇ ਦਾ ਹੋਏਗਾ ਕਿ ਸਾਡੇ ਕੋਲ ਇੱਕ DC ਸੋਰਸ ਸਪਲਾਈ ਹੈ, ਜਿਸ ਨੂੰ ਅਸੀਂ ਪੋਜ਼ੀਟਿਵਲੀ ਕਨੈਕਟ ਕੀਤਾ ਹੈ ਅਸੀਂ ਨੋਜ਼ਲ ਦੇ ਨਾਲ। ਇਹ ਸਾਡੀ ਨੋਜ਼ਲ ਹੈ ਪਲਾਜ਼ਮਾ ਆਰਕ ਦੀ, ਪੂਰੇ ਚੈਂਬਰ ਦੀ, ਠੀਕ ਹੈ ਜੀ। ਇੱਕ ਪਾਸੇ ਅਸੀਂ ਇਹਨੂੰ ਪੋਜ਼ੀਟਿਵਲੀ ਕਨੈਕਟ ਕਰਤਾ, ਦੂਸਰੀ ਸਾਈਡ 'ਤੇ ਅਸੀਂ ਵਰਕ ਪੀਸ ਨੂੰ ਕਨੈਕਟ ਕਰਤਾ, ਔਰ ਦੂਸਰੀ ਸਾਈਡ 'ਤੇ ਅਸੀਂ ਨੈਗੇਟਿਵ ਜੋ ਟਰਮੀਨਲ ਹੈ ਉਸ ਨੂੰ ਅਸੀਂ ਇਲੈਕਟ੍ਰੋਡ ਦੇ ਨਾਲ ਯੂਜ਼ ਕੀਤਾ, ਜੋ ਕਿ ਸਾਡਾ ਟੰਗਸਟਨ ਦਾ ਇਲੈਕਟ੍ਰੋਡ ਹੋਏਗਾ, ਔਰ ਜਿਸ ਨੂੰ ਅਸੀਂ ਕੈਥੋਡ ਕਿਹਾ ਹੈ। ਔਰ ਨਾਲ ਹੀ ਇਸ ਚੈਂਬਰ ਦੇ ਵਿੱਚ ਅਸੀਂ, ਤੁਸੀਂ ਦੇਖ ਪਾ ਰਹੇ ਹੋ, ਇਨਸੂਲੇਟਿੰਗ ਮਟੀਰੀਅਲ ਨਾਲ ਐਡ ਔਨ ਕੀਤਾ, ਜੋ ਕਿ ਇਸ ਕੰਡਕਟਿਵ ਮਟੀਰੀਅਲ ਤੋਂ ਜੋ ਕਰੰਟ ਹੋਏਗਾ ਉਸ ਨੂੰ ਫਰਦਰ ਅੱਗੇ ਬਾਡੀ ਦੇ ਵਿੱਚ ਪਾਸ ਔਨ ਨਹੀਂ ਹੋਣ ਦਊਗਾ। ਨੈਕਸਟ ਇਸ ਜਗ੍ਹਾ 'ਤੇ ਅਸੀਂ ਕੁਝ ਓਪਨਿੰਗ ਰੱਖੀ ਹੈ। ਇਸ ਓਪਨਿੰਗ ਦੇ ਥਰੂ ਜੋ ਵੀ ਅਸੀਂ ਗੈਸ ਅੰਦਰ ਇੰਟਰੋਡਿਊਸ ਕਰਨੀ ਹੈ ਉਹ ਅਸੀਂ ਇੰਟਰੋਡਿਊਸ ਕਰ ਲਾਂਗੇ, ਜਿਹੜੀ ਕਿ ਇੱਕ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕੋਈ ਪਰਟੀਕੂਲਰ ਗੈਸ ਹੈ ਜਾਂ ਗੈਸ ਮਿਕਸਚਰ ਹੋ ਸਕਦਾ, ਜਿਵੇਂ ਅਸੀਂ ਗੱਲ ਕੀਤੀ ਸੀ। ਔਰ ਇਸ ਜਗ੍ਹਾ 'ਤੇ ਅਸੀਂ ਕੁਝ ਫਿਰ ਆਰਕ ਪ੍ਰੋਡਿਊਸ ਕਰਾਂਗੇ। ਉਸੇ ਆਰਕ ਦੀ ਹੈਲਪ ਦੇ ਨਾਲ ਸਾਡੇ ਕੋਲ ਜੋ ਇਲੈਕਟ੍ਰੋਨਸ ਨੇ ਉਹ ਅੱਗੇ ਹਾਇਰ ਵੈਲੋਸਿਟੀ 'ਤੇ ਮੂਵ ਔਨ ਕਰਕੇ ਇਸ ਪਰਟੀਕੂਲਰ ਪਲੇਸ 'ਤੇ ਵਰਕ ਪੀਸ ਦਾ ਜੋ ਪੋਰਸ਼ਨ ਹੈ ਇੱਥੇ ਹਾਇਰ ਟੈਂਪਰੇਚਰ ਪ੍ਰੋਡਿਊਸ ਕਰਨਗੇ, ਜਿਸ ਜਗ੍ਹਾ 'ਤੇ ਮੈਲਟਿੰਗ ਪ੍ਰੋਡਿਊਸ ਹੋਏਗੀ, ਐਂਡ ਮੈਲਟਿੰਗ ਅਤੇ ਵੇਪਰਾਈਜੇਸ਼ਨ ਦੇ ਥਰੂ ਸਾਡਾ ਮਸ਼ੀਨਿੰਗ ਦਾ ਜੋ ਪ੍ਰੋਸੈਸ ਹੈ ਉਹ ਅਚੀਵ ਹੋ ਜਾਏਗਾ। ਸੋ ਹੋਏਗਾ ਕਿ ਜਿਵੇਂ ਹੀ ਅਸੀਂ ਇਸ ਸੋਰਸ ਨੂੰ ਅਟੈਚ ਕੀਤਾ ਹੈ ਦੋਨਾਂ ਸਾਈਡਸ ਦੇ ਉੱਤੇ ਟਰਮੀਨਲਸ ਦੇ ਨਾਲ, ਤਾਂ ਜੋ ਸਾਡਾ ਟੰਗਸਟਨ ਦਾ ਇਲੈਕਟ੍ਰੋਡ ਸੀ ਇਹਦੇ ਵਿੱਚੋਂ ਸਪਾਰਕ ਜਨਰੇਟ ਸਟਾਰਟ ਹੋ ਜਾਣਾ ਇਸ ਜਗ੍ਹਾ 'ਤੇ, ਔਰ ਇਸ ਓਪਨਿੰਗ ਦੇ ਵਿੱਚੋਂ ਸਾਡੇ ਕੋਲ ਗੈਸ ਅੰਦਰ ਐਂਟਰ ਕਰਨ ਲੱਗ ਜਾਣੀ ਹੈ। ਔਰ ਉਹ ਗੈਸ ਜੋ ਹਾਇਰ ਟੈਂਪਰੇਚਰ ਅਚੀਵ ਕਰਕੇ, ਜਿਹੜਾ ਕਿ 11,000 ਡਿਗਰੀ ਸੈਂਟੀਗ੍ਰੇਡ ਤੋਂ ਲੈ ਕੇ 30,000 ਡਿਗਰੀ ਸੈਂਟੀਗ੍ਰੇਡ ਦਾ ਟੈਂਪਰੇਚਰ ਸੀ,
ਇੰਨੇ ਟੈਂਪਰੇਚਰ ਦੇ ਵਿੱਚ ਉਹ ਆਇਓਨਾਈਜ਼ਡ ਹੋ ਜਾਊਗਾ, ਆਇਓਨਾਈਜੇਸ਼ਨ ਫਾਰਮ ਦੇ ਵਿੱਚ ਆ ਜਾਊਗਾ, ਪਲਾਜ਼ਮਾ 'ਚ ਕਨਵਰਟ ਕਰ ਜਾਊਗਾ। ਔਰ ਜਦੋਂ ਉਹ ਇਲੈਕਟ੍ਰੋਨਸ ਐਂਡ ਪੋਜ਼ਿਟਿਵਲੀ ਚਾਰਜਡ ਆਇਨਸ ਜਿਵੇਂ ਹੀ ਸਪਾਰਕ ਦੇ ਨਾਲ ਟੱਚ ਹੋਏ, ਇਸ ਜਗ੍ਹਾ 'ਤੇ ਉਸ ਦੀ ਜੋ ਵੈਲੋਸਿਟੀ ਸੀ ਉਹ ਵੱਧ ਗਈ ਔਰ ਇੱਥੇ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਜੋ ਹੈ ਉਹ ਪ੍ਰੋਡਿਊਸ ਹੋਏਗਾ। ਹਾਇਰ ਵੈਲੋਸਿਟੀ ਕਰਕੇ ਇਸ ਓਪਨਿੰਗ ਦੇ ਥਰੂ, ਨੋਜ਼ਲ ਦੇ ਥਰੂ ਨੈਕਸਟ ਉਹ ਵਰਕਪੀਸ ਵੱਲੋਂ ਅਟਰੈਕਟ ਹੋਣਗੇ। ਇਸ ਪਰਟੀਕੂਲਰ ਪਲੇਸ 'ਤੇ ਉਹਨਾਂ ਨੂੰ ਫੋਕਸ ਕਰਵਾਇਆ ਜਾਊਗਾ। ਸੋ ਇਸ ਜਗ੍ਹਾ 'ਤੇ ਫਿਰ ਅਸੀਂ ਜੋ ਵਰਕਿੰਗ ਸਾਡੀ ਰਿਕੁਆਇਰਡ ਹੈ ਉਸ ਨੂੰ ਅਸੀਂ ਅਚੀਵ ਕਰ ਲਾਂਗੇ। ਥਰੋਟੀਕਲੀ ਇਸ ਪੋਰਸ਼ਨ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਨੋਟ ਕਰਨਾ ਹੈ ਉਹ ਚੀਜ਼ ਹੁਣ ਤੁਸੀਂ ਦੇਖ ਪਾ ਰਹੇ ਹੋ। ਸਭ ਤੋਂ ਪਹਿਲਾਂ ਇਹਨੂੰ ਪੜ੍ਹਦੇ ਹਾਂ। ਦ ਪਲਾਜ਼ਮਾ ਆਰਕ ਕਟਿੰਗ ਟਾਰਚ has a tungsten electrode fitted in the small chamber। ਜਿਵੇਂ ਕਿ ਅਸੀਂ ਦੇਖਿਆ, one side of the electrode is connected to the negative terminal of the DC power supply source, act as cathode, while the other end is connected to the nozzle forming a positive terminal of the power supply near the bottom of the chamber, and nozzle act as anode। ਜਿਵੇਂ ਕਿ ਅਸੀਂ ਉੱਤੇ ਦੇਖ ਹੀ ਰਿਹਾ, ਅਸੀਂ ਦੇਖਿਆ ਡਾਇਗਰਾਮ ਦੇ ਵਿੱਚ ਕਿ ਸਾਡੇ ਕੋਲ ਨੈਗੇਟਿਵ ਟਰਮੀਨਲ ਕਿੱਥੇ ਅਟੈਚ ਹੈ ਐਂਡ ਪੋਜ਼ੀਟਿਵ ਟਰਮੀਨਲ ਅਸੀਂ ਦੋ ਸਾਈਡਾਂ 'ਤੇ ਅਟੈਚ ਕੀਤਾ ਸੀਗਾ। ਇੱਕ ਅਸੀਂ ਨੋਜ਼ਲ ਦੇ ਨਾਲ, ਜਿਹੜਾ ਕਿ ਨੋਜ਼ਲ ਸਾਡੇ ਕੋਲ ਕਾਪਰ ਦਾ ਹੋਏਗਾ, ਇਹਦੇ ਨਾਲ ਅਟੈਚ ਕੀਤਾ ਸੀ। ਦੂਸਰਾ ਅਸੀਂ ਵਰਕ ਪੀਸ ਦੇ ਨਾਲ ਅਟੈਚ ਕੀਤਾ ਸੀ। ਨੈਕਸਟ ਉਹ ਗੱਲ ਕਰ ਰਿਹਾ, ਅ ਸਟਰੋਂਗ ਆਰਕ ਇਜ਼ ਸਟਰਕ ਬਿਟਵੀਨ ਦ ਇਲੈਕਟ੍ਰੋਡ ਐਂਡ ਦ ਨੋਜ਼ਲ। ਜਦੋਂ ਇਸ ਦੇ ਵਿੱਚ ਸਪਾਰਕ ਜਨਰੇਟ ਹੋਏਗੀ ਇਲੈਕਟ੍ਰੋਡ ਅਤੇ ਨੋਜ਼ਲ ਦੇ ਇਨ ਬਿਟਵੀਨ, ਐਂਡ ਗੈਸ ਇਜ਼ ਫੋਰਸਡ ਇਨਟੂ ਦ ਚੈਂਬਰ। ਔਰ ਦੂਸਰੀ ਸਾਈਡ ਤੋਂ ਅਸੀਂ ਗੈਸ ਨੂੰ ਅੰਦਰ ਇੰਟਰੋਡਿਊਸ ਕੀਤਾ। ਐਜ਼ ਦ ਗੈਸ ਮੋਲੀਕਿਊਲਸ ਕੋਲਾਈਡ ਵਿਦ ਦ ਹਾਈ ਵੈਲੋਸਿਟੀ ਇਲੈਕਟ੍ਰੋਨਸ ਆਫ ਦ ਆਰਕ, ਦ ਗੈਸ ਗੈਟਸ ਆਇਨਾਈਜ਼ਡ ਐਂਡ ਵੈਰੀ ਲਾਰਜ ਅਮਾਊਂਟ ਆਫ ਹੀਟ ਐਨਰਜੀ ਇਜ਼ ਇਵੋਲਵਡ। ਕਿ ਜਦੋਂ ਇਸ ਤਰੀਕੇ ਦੇ ਨਾਲ ਸਾਡੇ ਕੋਲ ਇਲੈਕਟ੍ਰੋਡ ਤੋਂ ਜਿਹੜੇ ਇਲੈਕਟ੍ਰੋਨਸ ਪ੍ਰੋਡਿਊਸ ਹੋਏ ਨੇ ਐਂਡ ਜਿਹੜੀ ਸਾਡੀ ਬਾਹਰੋਂ ਗੈਸ ਆਈ ਸੀ ਉਸ ਦੇ ਜੋ ਐਟਮਸ ਹੋਣਗੇ ਉੱਥੋਂ ਜਿਹੜੇ ਆਪਣੇ ਕੋਲ ਪੋਜ਼ੀਟਿਵ ਆਇਨਸ ਬਣੇ, ਦੋਨਾਂ ਦਾ ਜੋ ਮਿਕਸਚਰ ਬਣਿਆ, ਉਸ ਜਗ੍ਹਾ 'ਤੇ ਮਿਕਸਚਰ ਹੋਣ ਤੋਂ ਬਾਅਦ ਉੱਥੇ ਇੱਕ ਪਲਾਜ਼ਮਾ ਜਨਰੇਟ ਹੋਊਗਾ ਜਿਹਦੇ ਕਰਕੇ ਹਾਈ ਅਮਾਊਂਟ ਦੀ ਥਰਮਲ ਐਨਰਜੀ ਪ੍ਰੋਡਿਊਸ ਹੋਊਗੀ ਹੀਟ ਦੀ ਫਾਰਮ ਦੇ ਵਿੱਚ। ਠੀਕ ਹੈ ਜੀ। The high velocity stream of the hot ionized gas called plasma is directed on the workpiece to get melt its material and blow it away। ਕਿ ਇਸੇ ਤਰੀਕੇ ਦੇ ਨਾਲ ਜੋ ਆਰਕ ਪ੍ਰੋਡਿਊਸ ਹੋਈ ਆ ਉਸ ਆਰਕ ਦੇ ਨਾਲ ਅਸੀਂ ਵਰਕਪੀਸ ਨੂੰ ਮੈਲਟ ਕਰਵਾਉਣਾ ਔਰ ਨਾਲ ਹੀ ਹਾਈ ਵੈਲੋਸਿਟੀ ਹੋਣ ਕਰਕੇ ਜਿਹੜਾ ਮਟੀਰੀਅਲ ਰਿਮੂਵ ਕੀਤਾ ਹੋਇਆ ਉਸ ਨੂੰ ਅਸੀਂ ਉਸ ਜਗ੍ਹਾ ਤੋਂ ਹਟਾ ਦੇਣਾ। ਨੈਕਸਟ ਉਹ ਗੱਲ ਕਰ ਰਿਹਾ ਜੀ, ਕੁਝ ਕਾਮਨਲੀ ਜਿਹੜੀਆਂ ਸਾਡੇ ਕੋਲ ਪਲਾਜ਼ਮਾ ਦੇ ਵਿੱਚ ਗੈਸਿਸ ਯੂਜ਼ ਹੁੰਦੀਆਂ ਨੇ ਉਹ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਨੇ। ਕਹਿੰਦਾ ਜੀ ਮਟੀਰੀਅਲ ਟੂ ਬੀ ਕੱਟ, ਜਿਸ ਮਟੀਰੀਅਲ ਨੂੰ ਅਸੀਂ ਕੱਟ ਕਰਨਾ ਔਰ ਉਹਨਾਂ ਵਾਸਤੇ ਇੱਕ ਗੈਸ ਜਾਂ ਕੰਬੀਨੇਸ਼ਨ ਆਫ ਗੈਸਿਸ ਅਸੀਂ ਕਿਹੜੇ ਕਿਹੜੇ ਇਸਤੇਮਾਲ ਕਰ ਸਕਦੇ ਹਾਂ ਉਹਦੀ ਗੱਲ ਕਰ ਰਿਹਾ। ਕਹਿੰਦਾ ਅਗਰ ਅਸੀਂ ਐਲੂਮੀਨੀਅਮ ਨੂੰ ਕੱਟ ਕਰਨਾ ਹੈ ਉਹਦੇ ਵਾਸਤੇ ਅਸੀਂ ਨਾਈਟ੍ਰੋਜਨ ਜਾਂ ਫਿਰ ਮਿਕਸਚਰ ਆਫ ਨਾਈਟ੍ਰੋਜਨ ਐਂਡ ਹਾਈਡਰੋਜਨ ਜਾਂ ਫਿਰ ਆਰਗਨ ਅਤੇ ਹਾਈਡਰੋਜਨ ਦਾ ਮਿਕਸਚਰ ਅਸੀਂ ਯੂਜ਼ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ Mg ਮੈਗਨੀਸ਼ੀਅਮ ਦਾ ਹੈ, ਸਟੀਲ ਦਾ ਹੈ, ਕਾਸਟ ਆਇਰਨ ਦਾ ਹੈ। ਇਹਨਾਂ ਦਾ ਸਾਡੇ ਕੋਲ ਇੱਕ ਕੰਬੀਨੇਸ਼ਨ ਦਿੱਤਾ ਹੋਇਆ ਕਿਸ ਤਰੀਕੇ ਦੇ ਨਾਲ ਅਸੀਂ ਕਟਿੰਗ ਜਿਹੜੀ ਹੈ ਉਹ ਅਚੀਵ ਕਰ ਸਕਦੇ ਹਾਂ। ਨੈਕਸਟ ਨਾਲ ਹੀ ਉਹ ਗੱਲ ਕਰ ਰਿਹਾ ਜੀ ਇਹਦੇ ਪ੍ਰੈਕਟੀਕਲ ਐਪਲੀਕੇਸ਼ਨਸ ਕਿੱਥੇ ਕਿੱਥੇ ਨੇ। ਟੂ ਕੱਟ ਸਟੇਨਲੈਸ ਸਟੀਲ ਐਂਡ ਐਲੂਮੀਨੀਅਮ ਅਲੋਇਜ਼, ਕਿ ਜਦੋਂ ਅਸੀਂ ਸਟੇਨਲੈਸ ਸਟੀਲ ਦੀ ਕਟਿੰਗ ਕਰਵਾਉਣੀ ਹੋਵੇ, ਐਲੂਮੀਨੀਅਮ ਅਲੋਇਜ਼ ਦੀ ਕਟਿੰਗ ਕਰਾਉਣੀ ਹੋਵੇ ਤਾਂ ਉਸ ਜਗ੍ਹਾ 'ਤੇ ਅਸੀਂ ਇਸ ਪ੍ਰੋਸੈਸ ਦਾ ਇਸਤੇਮਾਲ ਕਰ ਸਕਦੇ ਹਾਂ। ਟੂ ਕੱਟ ਪ੍ਰੋਫਾਈਲਸ ਆਫ ਦ ਮੈਟਲਸ ਐਂਡ ਅਲੋਇਜ਼ ਇਨ ਦ ਕਮਰਸ਼ੀਅਲ ਐਪਲੀਕੇਸ਼ਨਸ, ਕਿ ਕਮਰਸ਼ੀਅਲੀ ਇੰਡਸਟਰੀਜ਼ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਫਾਈਲ ਜਨਰੇਟ ਕਰਨਾ ਹੋਵੇ ਮੈਟਲਸ ਅਤੇ ਉਹਨਾਂ ਦੇ ਅਲੋਇਜ਼ ਦੇ ਵਿੱਚ, ਉਸ ਜਗ੍ਹਾ 'ਤੇ ਅਸੀਂ ਇਸ ਪ੍ਰੋਸੈਸ ਦਾ ਇਸਤੇਮਾਲ ਕਰ ਸਕਦੇ ਹਾਂ। ਇਟ ਇਜ਼ ਸਕਸੈਸਫੁਲੀ ਯੂਜ਼ਡ ਇਨ ਟਰਨਿੰਗ ਐਂਡ ਮਿਲਿੰਗ ਆਫ ਮਟੀਰੀਅਲਸ, ਕਿ ਜਦੋਂ ਅਸੀਂ ਟਰਨਿੰਗ ਅਤੇ ਮਿਲਿੰਗ ਆਫ ਮਟੀਰੀਅਲ ਕਰਨੀ ਹੋਵੇ ਵਿਚ ਆਰ ਹਾਰਡ ਐਂਡ ਡਿਫੀਕਲਟ ਟੂ ਮਸ਼ੀਨ, ਕਿ ਜਦੋਂ ਕੁਝ ਉਹ ਮਟੀਰੀਅਲ ਜਿਹੜੇ ਕਿ ਬਹੁਤ ਜ਼ਿਆਦਾ ਹਾਰਡ ਨੇ, ਡਿਫੀਕਲਟ ਨੇ, ਜਿਨ੍ਹਾਂ ਦੀ ਮਸ਼ੀਨਿੰਗ ਕਰਨੀ ਸੌਖੀ ਨਹੀਂ ਹੈਗੀ ਤਾਂ ਉਸ ਟਾਈਮ ਉਸ ਜਗ੍ਹਾ 'ਤੇ ਉਹਨਾਂ ਦੀ ਟਰਨਿੰਗ ਜਾਂ ਮਿਲਿੰਗ ਦਾ ਜੋ ਪ੍ਰੋਸੈਸ ਹੈ ਉਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਅਚੀਵ ਕਰ ਸਕਦੇ ਹਾਂ। ਨੈਕਸਟ ਉਹ ਗੱਲ ਕਰ ਰਿਹਾ ਜੀ ਕੁਛ ਇਹਦੇ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਦੇ ਬਾਰੇ। ਸੋ ਐਡਵਾਂਟੇਜਿਸ ਦੇ ਵਿੱਚ ਪਹਿਲਾ ਕਰ ਰਿਹਾ ਹੈ ਇਟ ਇਜ਼ ਅ ਫਾਸਟਰ ਪ੍ਰੋਸੈਸ, ਕਾਫੀ ਤੇਜ਼ੀ ਦੇ ਨਾਲ ਅਸੀਂ ਇਸ ਪ੍ਰੋਸੈਸ ਨੂੰ ਅਚੀਵ ਕਰ ਸਕਦੇ ਹਾਂ। ਇਟ ਕੈਨ ਬੀ ਯੂਜ਼ ਟੂ ਕੱਟ ਐਨੀ ਮੈਟਲ, ਕਿਸੇ ਵੀ ਤਰ੍ਹਾਂ ਦਾ ਕੋਈ ਮੈਟਲ ਹੋਵੇ, ਚਾਹੇ ਉਹ ਮੈਟਲ ਹੈ, ਨੋਨ ਮੈਟਲ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਮਟੀਰੀਅਲ ਹੈ ਉਸ ਨੂੰ ਕਟਿੰਗ ਇਸ ਤਰੀਕੇ ਦੇ ਨਾਲ ਅਸੀਂ ਅਚੀਵ ਕਰ ਸਕਦੇ ਹਾਂ। ਇਟ ਜਨਰੇਟਸ ਐਕਸੈਸਿਵਲੀ ਹਾਈ ਟੈਂਪਰੇਚਰ ਫॉर ਯੂਜ਼,
कि ये अपने को काफ़ी हाई टैंपरेचर जो है वो यूज़ करता है जो कि उस जगह पर जनरेट किया गया होंदा। इट हैज़ नो कॉन्टैक्ट बिटवीन द टूल एंड द वर्क पीस। जिमें कि असीं जाणदे ही कि जिन्नियां भी साडे कोल नॉन ट्रैडिशनल मशीनिंग प्रोसैसिस ने उन्हां दे विच साडे कोल टूल ते वर्क पीस दा कॉन्टैक्ट आपस दे विच नहीं हुंदा। डिसएडवांटेजिस दे विच वो कुल गल कर रहा कहंदा जी इनीशियल कॉस्ट ऑफ द इक्विपमेंट इज़ वेरी हाई, कि जो इनीशियल यदि इन्वेस्टमेंट है मशीन की कॉस्ट जो है काफ़ी ज़्यादा हाई है। एडिक्वेट सेफ्टी प्रिकॉशनस आर नीडिड फॉर द ऑपरेशन एंड दोज इन नीयर बाय एरियाज। कहते जी सेफ्टी प्रिकॉशन जोड़े ने बहुत ज़्यादा ये लोड़ पैंदे आ। मैटलर्जिकल चेंजिज ऑफ द सरफेस अकर, कि इस प्रोसैस के नाल मैटलर्जिकल चेंजिज होने की संभावना मटीरियल की वर्क पीस की बहुत ही हाई होंदी है। कारण की है, क्योंकि जदों भी असी इस मशीनिंग नूं अचीव करना तो सानू पता है कि हाई अमाउंट का टैंपरेचर बिल्टअप होगा वर्क पीस के उत्ते, जिहड़ा कि उस मटीरियल दियां वर्क पीस दियां प्रॉपर्टीज़ नूं चेंज करने के लिए समर्थ है। सो ये सी ये कुछ एडवांटेजिस एंड डिसएडवांटेजिस। ये नाल ही साडा टॉपिक एक कंप्लीट है। होपफुली तुहानूं ये टॉपिक यूजफुल रहा होगा। अगर कोई कमी पेशी रह गई तो मैसेज करके जरूर दसना। ओके जी, थैंक यू वेरी मच। सत श्री अकाल जी।